30,000 रुपया है ਤੇ ਇਹ ਸਾਡੀ ਤਰਫੋਂ ਤੁਸੀਂ ਕਬੂਲ ਕਰਨਾ ਔਰ ਜਿਨ੍ਹਾਂ ਨੇ ਇਹ ਭੇਜਿਆ ਤੁਹਾਡੇ ਵਾਸਤੇ ਉਹਨਾਂ ਵਾਸਤੇ ਦੁਆ ਫਰਮਾਣਾ। ਬਸ ਲਾਈ ਲਾਗ ਨੇ ਦੂਸਰਿਆਂ ਦੇ ਆਖੇ ਲਾ ਕੇ ਤੇ ਆਪਣੀ ਮਰਜ਼ੀ ਕਰ ਲੈਂਦੇ ਨੇ। ਦਿਲ ਕਰਦਾ ਇੰਤਕਾਰ ਖਰਚਾ ਦੇ ਦਿੰਦੇ, ਨਹੀਂ ਕਰਦਾ ਤੇ ਨਹੀਂ ਦਿੰਦੇ ਹੈ। ਫਿਰ ਇਸ ਵਜ੍ਹਾ ਤੋਂ ਕੋਈ ਦੇ ਤੇ ਖਾ ਲਈਦਾ ਹੈ। ਮਰਦ ਔਰਤ ਵਾਸਤੇ ਇੱਕ ਸੀਸਾ ਪਲਾਈ ਦੀਵਾਰ ਹੁੰਦਾ ਹੈ, ਲੇਕਿਨ ਅਗਰ ਮਰਦ ਦੇ ਹੁੰਦੇ ਆਇਆ ਔਰਤ ਨੂੰ ਨਿਕਲ ਕੇ ਕੰਮ ਕਰਨਾ ਪਵੇ, ਕਿਸੇ ਨਾਲ ਗੱਲ ਕਰਨੀ ਪਵੇ, ਜ਼ਿੰਦਗੀ ਦੇ ਜਿਹੜੇ ਰੋਜ਼ਮਰਾ ਦੇ ਮਾਮਲਾਤ ਨੇ ਉਹਨਾਂ ਵਾਸਤੇ ਤਗਦੋ ਕਰਨੀ ਪਵੇ ਤੇ ਬੜੀ ਤਕਲੀਫ ਦੀ ਗੱਲ ਹੈ। ਬਈ ਮੇਰੇ 2 ਬੇਟੇ ਨੇ, 1 बेटी है। बेटे छोटे ने, बेटी ਵੱਡੀ ਸੀ। ਖੁਦ ਮਿਹਨਤ ਮਸ਼ੱਕਤ ਕਰਨੀ ਹੈ, ਲੋਕਾਂ ਦੇ ਘਰਾਂ 'ਚ ਕੰਮ ਕਰਕੇ ਤੇ ਆਪਣੀ ਬੇਟੀ ਦਾ ਫਰਜ਼ ਅਦਾ ਕਰਨ ਲਈ ਹੈ। ਇਸ ਵਜ੍ਹਾ ਤੋਂ ਤੁਹਾਡੇ ਸਾਰਿਆਂ ਕੋਲੋਂ ਹੈਲਪ ਮੰਗੀ ਹੈ। बिस्मिल्लाहिर्रहमानिर्रहीम। नाज़रीन, तुहाडी खिदमत च हाज़र है तुहाडा होस्ट बाबर बेग और तुसीं वेख रहे हो अपना ABHD TV। अल्हम्दुलिल्लाह खिदमत इंसानियत का सिलसिला जिहड़ा जी वो जारी है। मेरा अज दा शो नाज़रीन पाकिस्तानिया दे नाम जिन्हां दी वजह तो खिदमत इंसानियत का सिलसिला जिहड़ा वो रवांदा वा इंशाअल्लाह इस तरह रवांदा रहेगा। साडे नाल एक बाची ने जी, इन्हां दी बेटी दी शादी है। उहदे वास्ते चूँकि इन्हां ने कोई 5-4 दिन साडे नाल पहले राबता कीता सी, ਜਦੋਂ ਕਿ ਸਾਡਾ ਤਰੀਕਾਕਾਰ ਇਹ ਹੀ ਹੈ ਕਿ ਕੋਈ ਮਹੀਨੇ ਤੋਂ ਜ਼ਿਆਦਾ ਸਾਨੂੰ ਵਕਤ ਚਾਹੀਦਾ ਹੁੰਦਾ ਹੈ, ਕਿਉਂਕਿ ਕਿਸੇ ਭੈਣ ਭਾਈ ਨੂੰ ਫਿਰ ਰਿਕੁਐਸਟ ਕਰਨੀ ਹੁੰਦੀ ਹੈ। ਅਤੇ ਅਸੀਂ ਅਲਹਮਦੁਲਿਲਾ ਕੋਸ਼ਿਸ਼ ਇਹ ਕੀਤੀ ਸੀ ਕਿ ਇਹਨਾਂ ਦੀ ਬੇਟੀ ਦਾ ਖਾਣਾ ਜਿਹੜਾ ਉਹ ਸਾਡੇ ਜ਼ਿੰਮੇ ਹੋ ਜਾਵੇ। ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਇਹਨਾਂ ਦੇ ਘਰ ਦੇ ਕਿੰਨੇ ਅਫਰਾਦ ਨੇ, ਕਿਸ ਤਰ੍ਹਾਂ ਸਿਲਸਿਲਾ ਜ਼ਿੰਦਗੀ ਦਾ ਰੋਜ਼ਗਾਰ ਚੱਲਦਾ ਹੈ, ਕਿਸ ਤਰ੍ਹਾਂ ਮਾਮਲਾਤ ਨੇ ਜ਼ਿੰਦਗੀ ਦੇ, ਜਦੋਂ ਕਿ ਬਜ਼ਾਤੇ ਖੁਦ ਵੀ ਕੰਮ ਕਰਦੇ ਨੇ। अस्सलाम वालेकुम जी। वालेकुम सलाम। अच्छा बाजी, ਇਹ ਦੱਸੋ ਕਿ ਕਿੰਨੇ ਘਰ ਦੇ ਅਫਰਾਦ ਨੇ, ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਸਰਕਲ ਜਿਹੜਾ ਚੱਲਦਾ ਹੈ? ਬਈ ਮੇਰੇ 2 ਬੇਟੇ ਨੇ, 1 बेटी है। बेटे छोटे ने, बेटी ਵੱਡੀ ਸੀ। ਖੁਦ ਮਿਹਨਤ ਮਸ਼ੱਕਤ ਕਰਨੀ ਹੈ, ਲੋਕਾਂ ਦੇ ਘਰਾਂ 'ਚ ਕੰਮ ਕਰਕੇ ਤੇ ਆਪਣੀ ਬੇਟੀ ਦਾ ਫਰਜ਼ ਅਦਾ ਕਰਨ ਲਈ ਹੈ। ਇਸ ਵਜ੍ਹਾ ਤੋਂ ਤੁਹਾਡੇ ਸਾਰਿਆਂ ਕੋਲੋਂ ਹੈਲਪ ਮੰਗੀ ਹੈ। ਅਗਰ ਦੇ ਦਿਓ ਤਾਂ ਮਿਹਰਬਾਨੀ ਹੈ, ਕਿਉਂਕਿ ਕੋਈ ਸਹਾਰਾ ਨਹੀਂ ਹੈ ਮੇਰਾ ਅੱਲਾਹ ਤਾਲਾ ਦੀ ਜ਼ਾਤ ਤੋਂ ਬਾਅਦ। ਇਸ ਵਜ੍ਹਾ ਤੋਂ ਮਜਬੂਰ ਹੋ ਕੇ ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਕੀਤੀ ਹੈ। ਚਲੋ ਜਜ਼ਾਕੱਲਾ, ਨਹੀਂ ਅਸੀਂ ਜੋ ਵੀ ਹੈ ਤੁਹਾਡੇ ਨਾਲ ਕਰਾਂਗੇ। ਤੇ ਤੁਹਾਡੀ ਬੇਟੀ ਜਿਹੜੀ ਹੈ ਅੱਜ 23 ਤਰੀਕ ਹੋ ਗਈ ਹੈ, 22 ਹੋ ਗਈ ਅੱਜ ਜੀ, ਤੇ ਪਰਸੋਂ ਸ਼ਾਦੀ ਹੈ। ਹਾਂਜੀ, ਮੇਰੀ ਬੇਟੀ ਦੀ ਪਰਸੋਂ ਸ਼ਾਦੀ ਹੈ। ਅੱਛਾ, ਚਲੋ ਖੈਰ ਆਫੀਅਤ ਨਾਲ ਆਪਣੇ ਘਰ 'ਚ ਆਏ। ਤੇ ਬੇਟੇ ਤੁਹਾਡੇ ਕੀ ਕਰਦੇ ਨੇ? ਛੋਟੇ ਜਿਹੇ ਪੜ੍ਹਦੇ ਜੇ। ਪੜ੍ਹਦੇ ਨੇ? ਹਾਂਜੀ, ਠੀਕ ਹੈ। ਤੇ ਜਿਹੜੇ ਤੁਹਾਡੇ ਖਾਮਦ ਨੇ ਉਹ ਕੀ ਕਰਦੇ ਨੇ? ਉਹ ਮਿਹਨਤ ਮਜ਼ਦੂਰੀ ਕਰਦੇ ਜੇ, ਕਦੀ ਘਰ ਦਿੰਦੇ ਨੇ, ਕਦੀ ਕੋਈ ਨਹੀਂ ਦਿੰਦੇ ਹੈ। ਇਸ ਵਜ੍ਹਾ ਤੋਂ ਮੈਂ ਖੁਦ ਹੀ ਘਰ ਦਾ ਸਾਰਾ ਨਿਜ਼ਾਮ ਚਲਾਉਂਦੀ ਹਾਂ। ਅੱਛਾ, ਇਹ ਜਿਹੜਾ ਦੇਣ ਵਾਲਾ ਨਾ ਦੇਣ ਵਾਲਾ ਸਿਲਸਿਲਾ ਇਹ ਕਿਉਂ ਹੈ? ਇਹਦੀ ਕੀ ਵਜ੍ਹਾ ਹੈ? ਬਸ ਲਾਈ ਲਾਗ ਨੇ ਦੂਸਰਿਆਂ ਦੇ ਆਖੇ ਲਾ ਕੇ ਤੇ ਆਪਣੀ ਮਰਜ਼ੀ ਕਰ ਲੈਂਦੇ ਨੇ। ਦਿਲ ਕਰਦਾ ਇੰਤਕਾਰ ਖਰਚਾ ਦੇ ਦਿੰਦੇ, ਨਹੀਂ ਕਰਦਾ ਤੇ ਨਹੀਂ ਦਿੰਦੇ ਹੈ। ਫਿਰ ਇਸ ਵਜ੍ਹਾ ਤੋਂ ਕੋਈ ਦੇ ਤੇ ਖਾ ਲਈਦਾ ਹੈ, ਕੋਈ ਦੇ ਤੇ ਜੁੱਤੀ ਕੱਪੜਾ ਜੋ ਵੀ ਦੇ ਕੋਈ ਗੁਜ਼ਾਰਾ ਕਰ ਲਈਦਾ। ਜ਼ਿੰਦਗੀ ਐਸੇ ਤਰ੍ਹਾਂ ਗੁਜ਼ਰਦੀ ਹੈ। ਲੇਕਿਨ ਉਹਨਾਂ ਨੂੰ ਫਿਕਰ ਨਹੀਂ ਕਿ ਮੇਰੀ ਬੇਟੀ ਦੀ ਸ਼ਾਦੀ ਹੈ, ਬੇਟੀ ਦੀ ਸ਼ਾਦੀ ਵਾਸਤੇ ਜਿਹੜਾ ਸਿਲਸਿਲਾ ਉਹ ਬਈ ਉਹ ਕਹਿੰਦੇ ਨੇ ਕਿ ਠੀਕ ਹੈ ਮੈਂ ਹਾਲੀਆਤ ਦੇ ਦਿਆਂਗਾ, ਲੇਕਿਨ ਮੈਂ ਕਹਿੰਦੀ ਹਾਂ ਕਿ ਜਿਸ ਵਕਤ 'ਚ ਮੈਂ ਗੁਜ਼ਰੀ ਹਾਂ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਇਸ ਵਕਤ 'ਚ ਗੁਜ਼ਰੇ। ਤੁਹਾਡੇ ਨਾਲ ਵੀ ਇਹੀ ਪ੍ਰੋਬਲਮ ਸੀ ਕਿ ਜਿਹੜਾ ਜੋ ਤੁਸੀਂ ਸੋਚ ਰਹੇ ਹੋ ਕਿ ਮੇਰੀ ਬੇਟੀ ਨਾਲ ਇਹ ਨਾ ਹੋਵੇ? ਹਾਂਜੀ ਬਿਲਕੁਲ, ਮੈਂ ਨਹੀਂ ਚਾਹੁੰਦੀ ਕਿ ਜਿਸ ਕਰਬ 'ਚ ਮੈਂ ਗੁਜ਼ਰੀ ਹਾਂ ਮੇਰੀ ਧੀ ਨਾ ਉਸ ਕਰਬ 'ਚ ਗੁਜ਼ਰੇ। ਇਸ ਵਜ੍ਹਾ ਤੋਂ ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਕੀਤੀ ਹੈ ਕਿ ਤੁਹਾਡੀ ਮਿਹਰਬਾਨੀ ਸਾਰਿਆਂ ਦੀ ਕਿ ਮੇਰੀ ਮਦਦ ਕਰੋ। ਨਾਜ਼ਰੀਨ, ਅਸੀਂ ਰੋਜ਼ਮਰਾ ਘਰਾਂ 'ਚ ਜਾਂਦੇ ਹਾਂ, ਰੋਜ਼ਮਰਾ ਅਸੀਂ ਸਟੋਰੀਆਂ ਜਿਹੜੀਆਂ ਨੇ ਰਿਕਾਰਡ ਕਰਨੇ ਹਾਂ, ਲੇਕਿਨ ਬੜੇ ਦੁੱਖ ਔਰ ਤਕਲੀਫ ਵਾਲੀ ਗੱਲ ਹੈ ਜੈਂਟਸ ਹਜ਼ਰਾਤ ਜਿਹੜੇ ਨੇ, ਜਿਹੜੇ ਮਰਦ ਹਜ਼ਰਾਤ ਨੇ, ਮੈਂ ਸਮਝਦਾ ਕਿ ਉਹਨਾਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਜਿਹੜੀਆਂ ਨੇ ਉਹ ਬਖੂਬੀ ਨਿਭਾਉਣੀਆਂ ਚਾਹੀਦੀਆਂ ਨੇ। ਮਰਦ ਔਰ ਔਰਤ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਮਰਦ ਉਹ ਹੁੰਦਾ ਹੈ ਜਿਹੜਾ ਤੂਫਾਨਾਂ ਨਾਲ ਟਕਰਾਉਂਦਾ ਹੈ, ਜਿਹੜਾ ਹਾਲਾਤ ਦਾ ਮੁਕਾਬਲਾ ਕਰਦਾ ਹੈ। ਮਰਦ ਔਰਤ ਵਾਸਤੇ ਇੱਕ ਸੀਸਾ ਪਲਾਈ ਦੀਵਾਰ ਹੁੰਦਾ ਹੈ, ਲੇਕਿਨ ਅਗਰ ਮਰਦ ਦੇ ਹੁੰਦੇ ਆਇਆ ਔਰਤ ਨੂੰ ਨਿਕਲ ਕੇ ਕੰਮ ਕਰਨਾ ਪਵੇ, ਕਿਸੇ ਨਾਲ ਗੱਲ ਕਰਨੀ ਪਵੇ, ਜ਼ਿੰਦਗੀ ਦੇ ਜਿਹੜੇ ਰੋਜ਼ਮਰਾ ਦੇ ਮਾਮਲਾਤ ਨੇ ਉਹਨਾਂ ਵਾਸਤੇ ਤਗਦੋ ਕਰਨੀ ਪਵੇ ਤੇ ਬੜੀ ਤਕਲੀਫ ਦੀ ਗੱਲ ਹੈ। ਔਰ ਇਹ ਸਾਡੇ ਮੁਆਸ਼ਰੇ ਦਾ ਇਸ ਟਾਈਮ ਅਲਮੀਆ ਬਣ ਚੁੱਕਿਆ ਹੈ। ਬਹੁਤ ਸਾਰੇ ਮਰਦ ਹਜ਼ਰਾਤ ਐਸੇ ਨੇ, ਮੈਂ ਘਰਾਂ ਜਾਨਾ ਵਾ,
ਉਹ ਸ਼ਾਦੀ ਕਰਦੇ ਨੇ, ਬੱਚੇ ਪੈਦਾ ਕਰਦੇ ਨੇ, ਬੀਬੀਆਂ ਨੂੰ ਉਂਝ ਹੀ ਛੱਡ ਕੇ ਤੇ ਉਹ ਦੌੜ ਜਾਂਦੇ ਨੇ। ਤੇ ਅੱਜ ਗੁਰਬਤ ਦਾ ਆਲਮ ਹੈ। ਪਾਕਿਸਤਾਨ ਦੇ ਜੋ ਹਾਲਾਤ ਨੇ ਉਹ ਪੂਰੀ ਦੁਨੀਆ ਤੋਂ ਢਕੇ ਛੁਪੇ ਨਹੀਂ। ਇਹਨਾਂ 'ਚ ਕੋਈ ਦੌਰਾ ਨਹੀਂ ਕਿ ਹਾਲਾਤ ख़राब ਨੇ। ਕੱਲ੍ਹ ਨੂੰ ਆਉਣ ਵਾਲਾ ਵਕਤ ਪਤਾ ਨਹੀਂ। ਬਸ ਦਫਾ ਤਾਂ ਐਸਾ ਅਹਿਸਾਸ ਹੁੰਦਾ ਕਿ ਇੱਥੇ ਐਮਰਜੈਂਸੀ ਦਾ ਮਾਹੌਲ ਹੈ ਤੇ ਕੱਲ੍ਹ ਨੂੰ ਆਉਣ ਵਾਲੇ ਵਕਤ 'ਚ ਕੀ ਹੋਏਗਾ ਕੁਛ ਨਹੀਂ ਕਿਹਾ ਜਾ ਸਕਦਾ। ਲੇਕਿਨ ਇੰਨਾ ਜ਼ਰੂਰ ਅਸੀਂ ਅੱਲਾ ਦੇ ਹਜ਼ੂਰ ਪਰ ਉਮੀਦ ਹਾਂ ਕਿ ਪਾਕਿਸਤਾਨ ਨੂੰ ਕੁਛ ਨਹੀਂ ਹੋਏਗਾ। ਅਲਹਮਦੁਲਿਲਾ ਪਾਕਿਸਤਾਨ ਹਮੇਸ਼ਾ ਤੱਕ ਕਿਆਮਤ ਸ਼ਾਦ ਔਰ ਆਬਾਦ ਰਹੇਗਾ। ਲੇਕਿਨ ਸਾਡੇ ਨਾਲ ਜੋ ਇੱਥੇ ਇੰਤਜ਼ਾਮੀਆਂ ਦੇ ਜੋ ਰੋਜ਼ਮਰਾ ਸਾਡੀਆਂ ਹਕੂਮਤਾਂ ਦੇ ਸਾਡੇ ਨਾਲ ਰਵੱਈਏ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਔਰ ਉਹਦੀ ਵਜ੍ਹਾ ਤੋਂ ਹੀ ਪਾਕਿਸਤਾਨੀ ਸ਼ਹਿਰੀ ਜਿਹੜੇ ਨੇ। ਔਰ ਮੈਂ ਜਿਸ ਤਰ੍ਹਾਂ ਕਿ ਪਿੱਛੇ ਤੁਰਕੀ ਗਿਆ, ਤੁਰਕੀ ਮੈਂ ਦੇਖਿਆ ਕਿ ਜਿਸ ਤਰ੍ਹਾਂ ਲੜਕੇ ਉੱਥੇ ਆਪਣੀ ਜ਼ਿੰਦਗੀ ਔਰ ਮੌਤ, ਜਿਹੜੇ ਗਰੁੱਪ ਦੇ ਵੀ ਮੈਂ ਲੜਕੇ ਨੂੰ ਮਿਲਿਆ ਉਸ ਗਰੁੱਪ 'ਚ ਕੋਈ 2-4 ਲੋਕ ਮਰ ਚੁੱਕੇ ਸਨ ਡੰਕੀ ਦੇ ਸਿਲਸਿਲੇ 'ਚ, ਉਹਦੇ ਬਾਵਜੂਦ ਉਹ ਅੱਗੇ ਜਾਣਾ ਚਾਹੁੰਦੇ ਨੇ। ਲੇਕਿਨ ਮੇਰਾ ਇੱਕ ਸਵਾਲ ਹੈ ਕਿ ਅਗਰ ਇੱਥੇ ਹਾਲਾਤ ਬਹੁਤ ਅੱਛੇ ਹੋਣ, ਅਗਰ ਇੱਥੇ ਸਰਵਾਈਵਲ ਬੰਦਾ ਕਰਦਾ ਹੋਵੇ, ਮੇਰਾ ਖਿਆਲ ਹੈ ਕਿ ਲੋਕ ਬਾਹਰ ਜਾਣ ਦੀ ਖੁਆਇਸ਼ ਕਰਨਗੇ ਲੇਕਿਨ ਘੱਟ ਕਰਨਗੇ। ਇਸ ਤਰ੍ਹਾਂ ਕਮ ਸੇ ਕਮ ਮੌਤ ਨੂੰ ਅੱਗੇ ਵੇਖ ਕੇ ਫਿਰ ਉਹ ਆਪਣੀ ਪੇਸ਼ਕਦਮੀ ਜਾਰੀ ਨਹੀਂ ਰੱਖਣਗੇ। ਮੇਰਾ ਖਿਆਲ ਹੈ ਕਿ ਲੋਕ ਸ਼ਾਇਦ ਮੁੜ ਜਾਣ, ਲੇਕਿਨ ਐਸਾ ਮੁਮਕਿਨ ਨਹੀਂ। ਤੁਸੀਂ ਕੋਈ ਦੇਖਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ, ਕੋਈ ਆਪਣੀ ਜ਼ਿੰਦਗੀ ਦਾ ਕੋਈ ਤਜਰਬਾ ਸ਼ੇਅਰ ਕਰਨਾ ਚਾਹੁੰਦੇ ਹੋ ਕਿਸੇ ਹੋਰ ਧੀ ਭੈਣ ਦੇ ਕੰਮ ਆ ਸਕੇ? ਸਰ ਮੈਂ ਚਾਹੁੰਦੀ ਹਾਂ ਕਿ ਜੋ ਵੀ ਵਾਲਦੈਨ ਨੇ, ਖਾਸ ਤੌਰ ਤੇ ਵਾਲਦਾਂ ਵਾਸਤੇ, ਕਿ ਵਾਲਦ ਬੇਸ਼ੱਕ ਨਾ ਦੇ ਵਾਲਦ ਬਣਨ ਲੇਕਿਨ ਉਹਨਾਂ ਦਾ ਫਰਜ਼ ਜ਼ਿੰਮੇਦਾਰੀ ਜਿਹੜੀ ਹੈ ਉਹ ਵਾਲਦ ਦੀ ਹੁੰਦੀ ਹੈ, ਮਾਂ ਦੀ ਨਹੀਂ। ਜਿਸ ਤਰ੍ਹਾਂ ਮੈਂ ਇੱਕ ਮਾਂ ਬਾਪ ਵੀ ਬਣ ਕੇ ਤੇ ਮਾਂ ਵੀ ਬਣ ਕੇ ਜ਼ਿੰਮੇਦਾਰੀ ਪੂਰੀ ਵੀ ਕਰਨੀ ਹੈ। ਖੁਦਾ ਗਵਾਹ ਹੈ ਇਸ ਚੀਜ਼ ਦਾ, ਕਿਉਂਕਿ ਮੈਂ ਨਹੀਂ ਹੈ, ਮੇਰੇ ਅੱਲਾਹ ਤਾਲਾ ਦੀ ਜ਼ਾਤ ਵੇਖਦੀ। ਮੈਂ ਸਾਰੀ ਜ਼ਿੰਦਗੀ ਕਿਸੇ ਕੋਲੋਂ ਕੁਛ ਨਹੀਂ ਮੰਗਿਆ ਹੈ, ਅੱਲਾਹ ਤਾਲਾ ਦੀ ਜ਼ਾਤ ਕੋਲੋਂ ਮੰਗਿਆ ਵੇ। ਲੇਕਿਨ ਉਹ ਵਕਤ ਆ ਗਿਆ ਕਿ ਮਜਬੂਰ ਹੋ ਕੇ ਤੇ ਬੇਬਸ ਹੋ ਕੇ ਮੈਂ ਇਸ ਵਜ੍ਹਾ ਤੋਂ ਤੁਹਾਡੇ ਅੱਗੇ ਰਿਕੁਐਸਟ ਕੀਤੀ ਹੈ। ਤੇ ਜਿਹੜੇ ਸੁਣਦੇ ਨੇ ਪਏ ਉਹਨਾਂ ਦੀ ਮਿਹਰਬਾਨੀ ਨੇਕੀ ਹੈ, ਅਗਰ ਦੇ ਦੇਣ ਤੇ ਅੱਲਾਹ ਤਾਲਾ ਆਪਣੇ ਹਬੀਬ ਦੇ ਸਦਕੇ ਕਰਕੇ ਉਹਨਾਂ ਦਾ ਦਿੱਤਾ ਕਬੂਲ ਕਰੇ, ਨਾ ਵੀ ਦੇਣ ਤੇ ਤਾਂ ਵੀ ਕੋਈ ਹੱਲ ਨਹੀਂ ਹੈ। ਅੱਲਾਹ ਤਾਲਾ ਦੀ ਜ਼ਾਤ ਤੇ ਬੈਠੀ ਹੈ, ਉਹ ਜ਼ਰੂਰ ਮੇਰੀ ਮਦਦ ਕਰੇ ਦੀ ਆਪਣੇ ਗੈਬ ਦੇ ਖਜ਼ਾਨੇ 'ਚੋਂ। ਜੀ ਜਜ਼ਾਕੱਲਾ। ਅੱਲਾਹ ਤਾਲਾ ਤੁਹਾਨੂੰ ਲਓ ਤੁਹਾਡੇ ਲਈ 30,000 ਰੁਪਇਆ ਹੈ ਤੇ ਇਹ ਸਾਡੀ ਤਰਫੋਂ ਤੁਸੀਂ ਕਬੂਲ ਕਰਨਾ ਔਰ ਜਿਨ੍ਹਾਂ ਨੇ ਇਹ ਭੇਜਿਆ ਤੁਹਾਡੇ ਵਾਸਤੇ ਉਹਨਾਂ ਵਾਸਤੇ ਦੁਆ ਫਰਮਾਣਾ ਕਿ ਅੱਲਾਹ ਤਾਲਾ ਜਿਹੜਾ ਹੈ ਮਤਲਬ ਉਹਨਾਂ ਨੂੰ ਇਹਦਾ ਅਜਰ ਅਜ਼ੀਮ ਅਤਾ ਕਰੇ। ਅੱਲਾਹ ਤਾਲਾ ਆਪਣੇ ਹਬੀਬ ਦੇ ਸਦਕੇ ਕਰਕੇ ਇਹਨਾਂ ਦੇ ਨੇ ਸੰਭਾਲ ਨਾ ਸਕਣ। ਅੱਲਾਹ ਤਾਲਾ ਇਸ ਨੇਕੀ ਦੇ ਸਦਕੇ ਦੁਨੀਆ ਤੇ ਔਰ ਆਖਰਤ ਤੇ ਅਜਰ ਦੇ। ਮੈਂ ਦੁਆ ਦੇ ਸਕਨੀ ਹਾਂ ਕਿਉਂਕਿ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਦੇ ਸਕਦੀ ਹੈ। ਜਜ਼ਾਕੱਲਾ ਜੀ। ਦੁਆ ਕਰਨੀ ਚਾਹੀਦੀ ਕਿ ਬੇਟੀਆਂ ਸਭ ਦੀਆਂ ਸਾਂਝੀਆਂ ਨੇ, ਇਸ ਤਰ੍ਹਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਅੱਲਾਹ ਤਾਲਾ ਹਰ ਬੇਟੀ ਦੇ ਨਸੀਬ ਜਿਹੜੇ ਨੇ ਉਹ ਅੱਛਾ ਕਰੇ। ਔਰ ਮੈਂ ਸਮਝਣਾ ਕਿ ਉਹਦੇ 'ਚ ਸਿਰਫ ਮਰਦ ਥੋੜ੍ਹੀ ਜਿਹੀ ਜ਼ਿੰਮੇਦਾਰੀ ਲੈ ਲਵੇ। ਅੱਲਾਹ ਤਾਲਾ ਨੇ ਨਸੀਬ ਜਿਹੜੇ ਨੇ ਆਪਣੇ ਬੰਦੇ ਨਾਲ ਬੜੀ ਮੁਹੱਬਤ ਕਰਦਾ ਹੈ ਔਰ ਨਸੀਬਾਂ ਦੀ ਜਿਹੜੀ ਖੇਡ ਉਹ ਇੰਨੀ ਕੀ ਹੈ ਕਿ ਜਦੋਂ ਬੰਦਾ ਜ਼ਿੰਮੇਦਾਰੀ ਲੈ ਲਵੇ ਤੇ ਨਸੀਬ ਅੱਛੇ ਨੇ, ਜ਼ਿੰਮੇਦਾਰੀ ਨਾ ਲਵੇ ਤੇ ਨਸੀਬ ਖਰਾਬ ਨੇ। ਬਸ ਇੰਨੀ ਕੁ ਗੱਲ ਹੈ। ਲੇਕਿਨ ਮਿਹਨਤ ਅੱਲਾਹ ਰੱਬੁਲ ਇੱਜ਼ਤ ਦਾ ਵਾਅਦਾ ਹੈ ਕਿ ਕੋਈ ਵੀ ਕਰੇਗਾ ਜੋ ਰਾਏਗਾ ਨਹੀਂ ਜਾਏਗੀ। ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਦੀ ਬੇਟੀ ਨੂੰ ਲਿਆਉਣ ਤੋਂ ਪਹਿਲਾਂ ਐਸੇ ਵਾਲਿदैन ਨੂੰ ਵੀ ਚਾਹੀਦਾ ਕਿ ਅਗਰ ਉਹਨਾਂ ਦਾ ਬੇਟਾ ਨਿਕੰਮਾ ਹੋਵੇ ਤੇ ਫਿਰ ਉਹਨੂੰ ਕਹਿਣ ਜਾ ਯਾਰ ਫਿਰ ਟੁਰ, ਤੇਰੀ ਸ਼ਾਦੀ ਨਹੀਂ ਕਰਨੀ। ਅਤੇ ਬਹੁਤ ਸਾਰੇ ਲੋਕ ਆਪਣੇ ਨਿਕੰਮਿਆਂ ਬੇਟਿਆਂ ਦੀ ਸ਼ਾਦੀ ਫਕਤ ਇਸ ਵਾਸਤੇ ਕਰ ਦਿੰਦੇ ਨੇ ਕਿ ਆ ਵਿਆਹ ਤੋਂ ਬਾਅਦ ਠੀਕ ਹੋ ਜਾਏਗਾ। ਲੇਕਿਨ ਉਹ ਤਾਂ ਠੀਕ ਨਹੀਂ ਹੁੰਦਾ। ਕਿਸੇ ਦੀ ਬੇਟੀ ਜਿਹੜੀ ਹੈ ਉਹ ਰੁੱਲ ਜਾਂਦੀ ਹੈ। ਇਸ ਵਾਸਤੇ ਧੀਆਂ ਬੜੀਆਂ ਲਾਡਲੀਆਂ ਹੁੰਦੀਆਂ ਨੇ ਤੇ ਸਭ ਨੂੰ ਚਾਹੀਦਾ ਹੈ ਕਿ ਇਸ ਚੀਜ਼ ਦਾ ਖਿਆਲ ਕਰਨ। ਅੱਲਾਹ ਤਾਲਾ ਸਭ ਦੀਆਂ ਬੇਟੀਆਂ ਨੂੰ ਆਪਣੀ ਹਿਫਜ਼ੋ ਈਮਾਨ 'ਚ ਰੱਖੇ ਔਰ ਇਹਨਾਂ ਦੀ ਬੇਟੀ ਨੂੰ ਖੈਰ ਆਫੀਅਤ ਨਾਲ ਜਿਹੜਾ ਉਹ ਰੁਖਸਤ ਕਰੇ ਤੇ ਅੱਲਾਹ ਤਾਲਾ ਤੁਹਾਡੇ ਲਈ ਆਸਾਨੀਆਂ ਫਰਮਾਏ। ਜੀ ਸਾਡੀਆਂ ਦੁਆਵਾਂ ਬਹੁਤ ਸਾਰੀਆਂ ਨੇ ਤੁਹਾਡੇ ਲਈ। ਆਮੀਨ। ਮਿਹਰਬਾਨੀ। ਜਜ਼ਾਕੱਲਾ। ਅੱਲਾਹ ਤਾਲਾ ਕਿਸੇ ਦੁਸ਼ਮਣ ਨੂੰ ਵੀ ਇਸ ਜਗ੍ਹਾ ਤੇ ਨਾ ਲੈ ਕੇ ਆਵੇ ਔਰ ਨਾ ਹੀ ਕਿਸੇ ਦਾ ਮੁਹਤਾਜ ਕਰਿਆ ਜਿਸ ਜਗ੍ਹਾ ਤੇ ਅੱਜ ਮੈਂ ਹਾਂ। ਅੱਲਾਹ ਤਾਲਾ ਆਸਾਨੀ ਫਰਮਾਏ। ਨਾਜ਼ਰੀਨ, ਬੜੇ ਤਕਲੀਫ ਤੇ ਅੰਬਲ ਹੁੰਦਾ ਹੈ। ਅਸੀਂ ਲੋਕਾਂ ਨਾਲ ਆਨ ਵੀਡੀਓ ਸਾਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਹੈ। ਲੇਕਿਨ ਉਹਦੇ ਵਿੱਚ ਵੀ ਪ੍ਰੋਬਲਮ ਇਹ ਵੇ ਕਿ ਸਾਰੀ ਦੁਨੀਆ ਨੂੰ ਪਤਾ ਹੈ ਜੋ ਦੁਨੀਆ ਦੇ ਹਾਲਾਤ ਨੇ। ਇੱਥੇ ਲੋਕ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਇਸ ਵਾਸਤੇ ਸਾਡਾ ਜੋ ਕੁਛ ਵੀ ਖੁੱਲੀ ਕਿਤਾਬ ਤਰ੍ਹਾਂ ਬਿਲਕੁਲ ਸਾਹਮਣੇ में ਜੋ ਅਸੀਂ ਕਰ ਰਹੇ ਹਾਂ, ਜੋ ਕਰ ਚੁੱਕੇ ਹਾਂ ਔਰ ਇਨਸ਼ਾਅੱਲਾ ਇਹ ਸਿਲਸਿਲਾ ਜਾਰੀ ਰਹੇਗਾ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਫਿਰ ਇਨਸ਼ਾਅੱਲਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ। ਉਦੋਂ ਤੱਕ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ।